ਭਾਰਤ ਦੀ ਜਮਹੂਰੀਅਤ ਅਜੋਕੀ ਲੀਡਰਸ਼ਿਪ ਅਧੀਨ ਡੂੰਘੇ ਸੰਕਟ ਵਿੱਚ ਧੱਸ ਰਹੀ ਹੈ। ਡੰਡੀ ਸੰਸਦ ਦੇ ਮੈਂਬਰ ਅਤੇ ਮੁਲਕ ਦੇ ਵੱਖ-ਵੱਖ ਹਿੱਸਿਆਂ ਵਿੱਚ ਬੈਠੇ ਲੋਕ ਕਿਸਾਨੀ ਸੰਘਰਸ਼ ਨਾਲ ਸੰਬੰਧਿਤ ਮਸਲਿਆਂ ਬਾਰੇ ਚੱਲ ਰਹੀ ਬਹਿਸ, ਟਕਰਾਅ ਅਤੇ ਟਿੱਪਣੀਆਂ ਨੂੰ ਬੜੇ ਗੌਰ ਨਾਲ ਵਾਚਿਆ। ਡੰਡੀ ਇਹ ਸੈਸ਼ਨ, ਜਿਸ ਦਾ ਦੂਜਾ ਹਿੱਸਾ 8 ਮਾਰਚ ਨੂੰ ਸ਼ੁਰੂ ਹੋਣਾ ਹੈ, ਮੁਲਕ ਦੇ ਹੁਕਮਰਾਨਾਂ ਦੇ ਕਰੋਨਾ ਕਾਲ ਦੌਰਾਨ ਬਣਾਏ 3 ਖੇਤੀ ਕਾਨੂੰਨਾਂ ਨੂੰ ਲੈ ਕੇ ਇੱਕ ਤਰ੍ਹਾਂ ਨਾਲ ਸੰਘਰਸ਼ ਲਈ ਗਲੇ ਦੀ ਹੱਡੀ ਬਣ ਚੁੱਕਾ ਹੈ। ਡੰਡੀ ਕਿਸਾਨਾਂ ਨੇ ਕਿਸਾਨੀ ਮਸਲਿਆਂ ਬਾਰੇ ਛਿਰੜ ਨਾਲ ਸੰਘਰਸ਼ ਵਿੱਢਿਆ ਹੋਇਆ ਹੈ ਅਤੇ ਸੰਘਰਸ਼ ਨੇ ਇਹਨਾਂ ਮਸਲਿਆਂ ਨੂੰ ਜਨ ਸਮੂਹ ਤੱਕ ਇਸ ਹੱਦ ਤੱਕ ਪਹੁੰਚਾ ਦਿੱਤਾ ਹੈ, ਜਿਸ ਨਾਲ ਵੱਖ-ਵੱਖ ਮਸਲੇ ਜਿਹੜੇ ਪਹਿਲਾਂ ਮੁਲਕ ਦੀ ਸਿਆਸਤ ਵਿੱਚ ਛਾਏ ਹੋਏ ਸਨ, ਜਾਂ ਤਾਂ ਦਰਕਿਨਾਰ ਹੋ ਗਏ ਹਨ ਜਾਂ ਕਿਸਾਨੀ ਅੰਦੋਲਨ ਨੇ ਉਹਨਾਂ ਨੂੰ ਕੌਮੀ ਚਿੱਤਰਪਟ ਤੋਂ ਪਰੇ ਹਟਾ ਦਿੱਤਾ ਹੈ। ਡੰਡੀ ਉਂਝ ਸਰਕਾਰ ਨੇ ਕਿਸਾਨੀ ਸਵਾਲਾਂ ਬਾਰੇ ਹਠੀ ਵਤੀਰਾ ਅਖਤਿਆਰ ਕੀਤਾ ਹੋਇਆ ਹੈ ਅਤੇ ਇਹ ਆਏ ਦਿਨ ਸੰਘਰਸ਼ਸ਼ੀਲ ਕਿਸਾਨਾਂ ਨੂੰ ਖਦੇੜਨ ਲਈ ਸਾਜ਼ਿਸ਼ਾਂ ਘੜ ਰਹੀ ਹੈ। ਡੰਡੀ ਇਹਨਾਂ ਖਿਲਾਫ ਰੱਜ ਕੇ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਹੈ। ਡੰਡੀ ਸੰਸਦ ਵਿੱਚ ਬੈਠੇ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਕੇਂਦਰ ਸਰਕਾਰ ਸਾਹਮਣੇ ਆਪਣੀਆਂ ਸਿਆਸੀ ਹੱਦਬੰਦੀਆਂ ਤੋਂ ਪਾਰ ਜਾ ਕੇ ਕਿਸਾਨਾਂ ਦੇ ਮਸਲੇ ਰੱਖੇ ਹਨ। ਡੰਡੀ ਬਹੁਗਿਣਤੀ ਸੰਸਦ ਮੈਂਬਰਾਂ ਨੇ ਤਾਂ ਇੱਥੋਂ ਤੱਕ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਜਿਸ ਤਰ੍ਹਾਂ ਸੰਸਦ ਦੀ ਸ਼ਾਖ ਲੋਕਾਂ ਦੀਆਂ ਨਜ਼ਰਾਂ ਵਿੱਚ ਡਿੱਗ ਰਹੀ ਹੈ, ਜੇ ਕਿਸਾਨੀ ਮਸਲਿਆਂ ਦਾ ਸਹੀ ਦਿਸ਼ਾ ਵੱਲ ਕੋਈ ਹੱਲ ਨਾ ਕੱਢਿਆ ਗਿਆ ਤਾਂ ਅਜੋਕੀ ਜਮਹੂਰੀਅਤ ਲਈ ਇਹ ਸਭ ਤੋਂ ਵੱਡੀ ਤਰਾਸਦੀ ਹੋਵੇਗੀ। ਡੰਡੀ ਕਿਸਾਨ ਆਪਣਾ ਅੰਦੋਲਨ ਅਹਿੰਸਕ ਢੰਗ ਤਰੀਕਿਆਂ ਨਾਲ ਚਲਾ ਰਹੇ ਹਨ। ਡੰਡੀ ਦੇਸ਼ਾਂ ਵਿਦੇਸ਼ਾਂ ਤੋਂ ਇਸ ਅੰਦੋਲਨ ਨੂੰ ਵੱਡੀ ਹਮਾਇਤ ਮਿਲ ਰਹੀ ਹੈ। ਡੰਡੀ ਸੰਸਦੀ ਸੈਸ਼ਨ ਵਿੱਚ ਕਿਸਾਨੀ ਅੰਦੋਲਨ ਨੇ ਵੱਡੀਆਂ ਸਿਆਸੀ ਪਾਰਟੀਆਂ ਨੂੰ ਵੀ ਸਮਾਜਿਕ ਅਤੇ ਆਰਥਿਕ ਮਸਲਿਆਂ ਬਾਰੇ ਖੁੱਲ੍ਹ ਕੇ ਬੋਲਣ ਲਈ ਮਜਬੂਰ ਕਰ ਦਿੱਤਾ ਹੈ, ਜਿਹੜੀਆਂ ਦਹਾਕਿਆਂ ਤੋਂ ਸੱਤਾ ਦਾ ਆਨੰਦ ਮਾਣ ਰਹੀਆਂ ਸਨ ਤੇ ਲੋਕਾਂ ਦੇ ਸਰੋਕਾਰਾਂ ਤੋਂ ਮੂੰਹ ਮੋੜੀ ਬੈਠੀਆਂ ਸਨ। ਡੰਡੀ 1990 ਤੋਂ ਬਾਅਦ ਮੁਲਕ ਦੀ ਆਰਥਿਕਤਾ ਨੂੰ ਵੱਡੇ ਕਾਰਪੋਰੇਟ ਘਰਾਣਿਆਂ ਦੇ ਸਪੁਰਦ ਕਰਨ ਵੱਲ ਕਦਮ ਪੁੱਟ ਲਿਆ ਗਿਆ ਸੀ ਅਤੇ ਅਗਲੇ ਸਾਲਾਂ ਦੌਰਾਨ ਆਰਥਿਕ ਤੌਰ 'ਤੇ ਇਸ ਏਜੰਡੇ ਨੂੰ ਤੇਜ਼ੀ ਨਾਲ ਅਗਾਂਹ ਵਧਾਇਆ ਗਿਆ, ਪਰ ਮੌਜੂਦਾ ਸਰਕਾਰ ਨੇ ਇਸ ਮਾਮਲੇ ਵਿੱਚ 2 ਕਦਮ
ਅੱਗੇ ਪੁੱਟਦਿਆਂ ਮੁਲਕ ਨੂੰ ਇੱਕ ਧਰਮ ਦੇ ਰਾਸ਼ਟਰ ਵਿੱਚ ਤਬਦੀਲ ਕਰਨ ਵਾਲਾ ਏਜੰਡਾ ਵਿੱਢ ਲਿਆ। ਡੰਡੀ ਇਸ ਕਾਰਜ ਲਈ ਹਰ ਕਿਸਮ ਦੀ ਸੰਸਥਾ ਤੋਂ ਨਿਆਂਪਾਲਿਕਾ ਤੋਂ ਲੈ ਕੇ ਸੰਸਦ ਜ਼ਰੀਏ ਦਹਾਕਿਆਂ ਤੋਂ ਸਥਾਪਿਤ ਹੋਈ ਸੀ ਨੂੰ ਆਪਣੀ ਸਿਆਸੀ ਸੱਤਾ ਅਤੇ ਲੋਕ ਸਭਾ ਵਿੱਚ 303 ਸੀਟਾਂ ਦੀ ਆਪਣੀ ਤਕੜੀ ਬਹੁਗਿਣਤੀ ਰਾਹੀਂ ਪੂਰੀ ਤਰ੍ਹਾਂ ਕਬਜ਼ੇ ਹੇਠ ਕਰ ਲਿਆ। ਡੰਡੀ ਐਸੋਸੀਏਸ਼ਨ ਫਾਰ ਡੈਮੋਕ੍ਰੈਟਿਕ ਰਿਫਾਰਮਜ਼ ਦੀ ਰਿਪੋਰਟ ਅਨੁਸਾਰ ਸੰਸਦ ਦੀ ਹਕੀਕਤ ਇਹ ਹੈ ਕਿ 545 ਮੈਂਬਰਾਂ ਜਿਨ੍ਹਾਂ ਵਿੱਚ 92% ਕਰੋੜਪਤੀ ਹਨ, ਇਹਨਾਂ ਵਿੱਚੋਂ 243 ਮੈਂਬਰਾਂ ਉੱਪਰ ਕਈ ਤਰ੍ਹਾਂ ਦੇ ਗੰਭੀਰ ਕੇਸ ਅਤੇ ਦੋਸ਼ ਵੱਖ-ਵੱਖ ਪੱਧਰਾਂ 'ਤੇ ਅਦਾਲਤਾਂ ਅਤੇ ਥਾਣਿਆਂ ਵਿੱਚ ਹਨ। ਡੰਡੀ ਇਹ ਅੰਕੜਾ ਕੁੱਲ ਸੰਸਦ ਮੈਂਬਰਾਂ ਦਾ 47% ਬਣਦਾ ਹੈ। ਡੰਡੀ ਮੁਲਕ ਦੇ ਵੱਖ-ਵੱਖ ਰਾਜਾਂ ਦੇ ਕੁੱਲ 4298 MLA ਵਿੱਚੋਂ 1265 ਉੱਪਰ ਵੀ ਗੰਭੀਰ ਦੋਸ਼ ਅਤੇ ਕੇਸ ਹਨ। ਗੱਲ 8-10 ਸਾਲ ਪਹਿਲਾਂ ਦੀ ਹੈ, ਜਿੰਨੀ ਦਿਨੀ ਪੰਜਾਬ ਵਿੱਚ ਚਿੱਟ ਫੰਡ ਕੰਪਨੀਆਂ ਦੀ ਤੂਤੀ ਬੋਲਦੀ ਸੀ। ਡੰਡੀ ਨਵੀਆਂ ਤੋਂ ਨਵੀਆਂ ਚਿੱਟ ਫੰਡ ਕੰਪਨੀਆਂ ਦੇ ਏਜੰਟ ਸੁਪਨਿਆਂ ਦੇ ਸੌਦਾਗਰ ਬਣ ਕੇ ਭੋਲੇ ਭਾਲੇ ਲੋਕਾਂ ਨੂੰ ਰਾਤੋਂ ਰਾਤ ਅਮੀਰ ਬਣਨ ਦੇ ਸੁਪਨੇ ਦਿਖਾ ਕੇ ਠੱਗਣ ਵਿੱਚ ਮਸ਼ਰੂਫ ਸਨ। ਡੰਡੀ ਚਿੱਟ ਫੰਡ ਕੰਪਨੀਆਂ ਦਾ ਕਾਰੋਬਾਰ ਇੰਨਾ ਸਿਖਰ 'ਤੇ ਸੀ ਕਿ ਚੰਗੇ ਭਲੇ ਹੱਕ ਹਲਾਲ ਦੀ ਕਮਾਈ ਵਿੱਚ ਭਰੋਸਾ ਰੱਖਣ ਵਾਲੇ ਬੰਦਿਆਂ ਦੇ ਪੈਰ ਵੀ ਉਖਾੜ ਰਿਹਾ ਸੀ। ਡੰਡੀ ਇੱਕ ਦਿਨ ਬਾਅਦ ਦੁਪਹਿਰ ਮੈਂ ਆਪਣੇ ਜਲ ਘਰ ਦੇ ਗਰਾਊਂਡ ਵਿੱਚ ਬੈਠਾ ਸੀ। ਡੰਡੀ ਮੇਰੇ 2 ਮਿੱਤਰਾਂ ਨਾਲ ਇੱਕ ਅਣਪਛਾਤਾ ਸੂਟੜ ਬੂਟੜ ਨੌਜਵਾਨ ਉੱਥੇ ਆਣ ਪਹੁੰਚਿਆ। ਡੰਡੀ ਮੋਢੇ ਉਹਦੇ ਬੈਗ ਅਤੇ ਹੱਥ ਵਿੱਚ ਮੋਟੀ ਫਾਈਲ ਟਾਈਪ ਐਲਬਮ ਸੀ। ਡੰਡੀ ਮਿੱਤਰਾਂ ਵਿੱਚੋਂ ਇੱਕ ਨੇ ਉਸ ਨੌਜਵਾਨ ਦੀ ਜਾਣ ਪਛਾਣ ਕਰਾਉਂਦਿਆਂ ਕਿਹਾ ਕਿ ਇਹ ਆਪਣੇ ਫਲਾਣੇ ਸ਼ਹਿਰ ਵਾਲੇ ਮਿੱਤਰ ਦਾ ਪੁੱਤਰ ਹੈ। ਡੰਡੀ ਨੌਜਵਾਨ ਨਮਸਕਾਰ ਅੰਕਲ ਜੀ ਕਹਿ ਕੇ ਬੜੇ ਤਪਾਕ ਨਾਲ ਮਿਲਿਆ। ਡੰਡੀ ਮਿਲਿਆ ਤਾਂ ਮੈਂ ਵੀ ਤਪਾਕ ਜਿਹੇ ਨਾਲ ਹੀ, ਪਰ ਨਾਲ ਹੀ ਮਨ ਵਿੱਚ ਸ਼ੱਕ ਵੀ ਉਭਰੀ ਕਿ ਅੱਗੇ ਨਾ ਪਿੱਛੇ ਅੱਜ ਸ਼ਹਿਰ ਵਾਲੇ ਮਿੱਤਰ ਦਾ ਪੁੱਤਰ ਕਿਧਰੋਂ। ਉਂਝ ਸ਼ੱਕ ਬਹੁਤੀ ਦੇਰ ਬਰਕਰਾਰ ਨਾ ਰਹੀ। ਡੰਡੀ ਨੌਜਵਾਨ ਕਹਿੰਦਾ, ਅੰਕਲ ਜੀ ਮੈਂ ਫਲਾਣੀ ਫਾਈਨਾਂਸ ਕੰਪਨੀ ਵਿੱਚ ਕੰਮ ਕਰਦਾ। ਡੰਡੀ ਮੇਰੇ ਹੇਠ ਇੰਨੀਆਂ ਟੀਮਾਂ ਕੰਮ
ਕਰਦੀਆਂ ਡੈਂਡੀ। ਮੈਂ ਆਪਣੀ ਕੰਪਨੀ ਬਾਰੇ ਤੁਹਾਨੂੰ ਜਾਣਕਾਰੀ ਦੇਣ ਲਈ ਆਇਆ ਹਾਂ ਡੈਂਡੀ। ਮੈਂ ਕਿਹਾ, ਧੰਨਵਾਦ, ਪਰ ਕਾਕਾ, ਮੇਰਾ ਅਜਿਹੀ ਕਿਸੇ ਕੰਪਨੀ ਵਿੱਚ ਕੰਮ ਕਰਨ ਦਾ ਉੱਕਾ ਹੀ ਕੋਈ ਇਰਾਦਾ ਨਹੀਂ ਡੈਂਡੀ। ਨੌਜਵਾਨ ਨੇ ਫਿਰ ਗੱਲ ਤੋਰਨੀ ਚਾਹੀ ਤਾਂ ਮੈਂ ਜ਼ੋਰ ਦੇ ਕੇ ਕਿਹਾ, ਉਹ ਰਾਹ ਪੁੱਛਣ ਦਾ ਕੀ ਫਾਇਦਾ ਜਿਹੜੇ ਰਾਹ ਪੈਣ ਹੀ ਨਾ ਹੋਵੇ। ਪਰ ਉਹ ਵੀ ਖਹਿੜਾ ਛੱਡਣ ਲਈ ਤਿਆਰ ਨਹੀਂ ਸੀ ਡੈਂਡੀ। ਉਹਨੇ ਭਾਵਨਾਤਮਕ ਪੱਤਾ ਚਲਾਇਆ, ਤੁਸੀਂ ਮੇਰੇ ਅੰਕਲ ਜੀ ਹੋ, ਇੰਨਾ ਕੁ ਤਾਂ ਮੇਰਾ ਹੱਕ ਬਣਦਾ ਹੀ ਹੈ ਕਿ ਮੈਂ ਆਪਣੀ ਗੱਲ ਸੁਣਾ ਸਕਾਂ ਡੈਂਡੀ। ਜਦੋਂ ਨਾ ਟਲਦਾ ਦਿਸਿਆ ਤਾਂ ਮੈਂ ਕਿਹਾ, ਸੁਣਾ ਭਾਈ। ਜੇ ਨਹੀਂ ਟਲਦਾ, ਨਾਲ ਹੀ ਮਨ ਵਿੱਚ ਕਿਹਾ, ਪਰ ਫਾਇਦਾ ਕੋਈ ਨਹੀਂ ਹੋਣਾ ਡੰਡੀ। ਪੈਰਾ। ਖੈਰ, ਮੇਥੋਂ ਹਰੀ ਝੰਡੀ ਲੈ ਕੇ ਉਹਨੇ ਰੱਟੀ ਰਟਾਈ ਕਥਾ ਸ਼ੁਰੂ ਕਰ ਦਿੱਤੀ। ਅੰਕਲ ਜੀ, ਸਾਡੀ ਕੰਪਨੀ ਦੇ ਪਹਿਲੇ ਸਟੈਪ 'ਚ ਤੁਸੀਂ 3 ਮੈਂਬਰ ਬਣਾਉਣੇ ਨੇ ਡੰਡੀ। ਉਹ 3 ਅੱਗੇ 3 ਨੂੰ ਹੋਰ ਮੈਂਬਰ ਬਣਾਉਣਗੇ ਡੰਡੀ। ਫਿਰ ਉਹ ਸਾਰੇ ਅੱਗੇ 3 ਨੂੰ ਮੈਂਬਰ ਬਣਾਉਣਗੇ। ਇੰਜ ਚੇਨ ਬਣ ਜਾਵੇਗੀ ਡੰਡੀ। ਜਿੰਨੀਆਂ ਟੀਮਾਂ ਤੁਸੀਂ ਬਣਾ ਲਓਗੇ, ਓਨਾ ਹੀ ਕੰਪਨੀ ਵਿੱਚ ਤੁਹਾਡਾ ਰੁਤਬਾ ਵੱਧਦਾ ਜਾਵੇਗਾ ਡੰਡੀ। ਚਿੱਟ ਫੰਡ ਕੰਪਨੀਆਂ ਦੇ ਕੰਮ ਢੰਗ ਨੂੰ ਮੈਂ ਸਮਝਦਾ ਸੀ, ਪਰ ਇਹ ਮੈਂਬਰ ਬਣਾਵਾਂਗਾ ਕਿੱਥੋਂ ਕਿਹਾ। ਉਹ ਕਹਿੰਦਾ, ਲਓ ਜੀ ਅੰਕਲ ਜੀ, ਤੁਹਾਡੀ ਐਨੀ ਜਾਣ ਪਛਾਣ, ਦੋਸਤ ਮਿੱਤਰ, ਰਿਸ਼ਤੇ ਨਾਤੇਦਾਰ, ਤੁਸੀਂ ਤਾਂ ਜਿੰਨੇ ਮਰਜ਼ੀ ਮੈਂਬਰ ਬਣਾ ਲਵੋ ਡੰਡੀ। ਉਹਦੇ ਕਹਿਣ ਦਾ ਭਾਵ ਸੀ ਕਿ ਜੇ ਮਾਇਆ ਦੇ ਗੱਫੇ ਹਾਸਲ ਕਰਨੇ ਹਨ ਤਾਂ ਸਿਰ ਤਾਂ ਆਪਣਿਆਂ ਦੇ ਹੀ ਮੁੰਨਣੇ ਪੈਣੇ ਡੰਡੀ। ਦਰਅਸਲ ਇਹ ਕੰਪਨੀਆਂ ਆਪਣੇ ਏਜੰਟਾਂ ਨੂੰ ਅਜਿਹੀ ਟ੍ਰੇਨਿੰਗ ਦਿੰਦੀਆਂ ਹਨ ਕਿ ਬੰਦਾ ਰਿਸ਼ਤੇ ਨਾਤੇਦਾਰਾਂ ਸਮੇਤ ਸਭ ਮਿੱਤਰ ਪਿਆਰਿਆਂ ਨੂੰ ਆਪਣੇ ਸਵਾਰਥ ਲਈ ਪੌੜੀ ਦੇ ਡੰਡੇ ਵਾਂਗ ਵਰਤਣ ਲਈ ਤਿਆਰ ਹੋ ਜਾਂਦਾ ਹੈ ਡੰਡੀ। ਮੋਟੇ ਕਮਿਸ਼ਨ, ਵੱਡੀਆਂ ਗੱਡੀਆਂ, 5 ਤਾਰਾ ਹੋਟਲਾਂ ਵਿੱਚ ਮੀਟਿੰਗਾਂ, ਥਾਈਲੈਂਡ ਵਰਗੇ ਮੁਲਕਾਂ ਦੇ ਟੂਰ ਲਵਾ ਕੇ ਉਹ ਆਪਣੇ ਏਜੰਟਾਂ ਨੂੰ ਨਾ ਸਿਰਫ ਪੈਸੇ ਦਾ ਪੁੱਤ ਬਣਾ ਦਿੰਦੀਆਂ ਹਨ, ਸਗੋਂ ਨੈਤਿਕ ਨਿਘਾਰ ਦੀ ਖੱਡ ਵਿੱਚ ਲਿਜਾ ਸੁੱਟਦੀਆਂ ਹਨ ਡੰਡੀ।